ਪਿਆਰੇ ਵਿਦਿਆਰਥੀਓ, ਸਰੋਤਿਓ ਅਤੇ ਦਰਸ਼ਕੋ, ਸੁਰਜਨਜੀਤ ਦੀ ਪੁਸਤਕ ਇਹ ਹੈ 12ਵੀਂ ਸੰਸਾਰ ਨਾਲ ਸੰਬੰਧਿਤ ਪਿਛਲੇ 2 ਲੈਕਚਰਾਂ ਦੇ ਵਿੱਚ ਆਪਾਂ ਕੁਝ ਚਰਚਾ ਕੀਤੀ ਸੀ। ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਯੂਨੀਵਰਸਿਟੀਆਂ ਆਪਣੇ ਕੁਝ ਕਲਾਸਾਂ ਦੇ ਸਿਲੇਬਸ ਵਿੱਚ ਇਸ ਪੁਸਤਕ ਨੂੰ ਪਾਠਕ੍ਰਮ ਵਜੋਂ ਅਪਣਾ ਚੁੱਕੀ ਹੈ ਤੇ ਇਸ ਕਰਕੇ ਇਸ ਪੁਸਤਕ ਵਿੱਚ ਕੁੱਲ ਜਿਹੜੇ 21 ਲੇਖ ਨੇ, ਉਹਨਾਂ ਲੇਖਾਂ ਦੀ ਪੜ੍ਹਾਈ ਆਪਾਂ ਇਹਨਾਂ ਲੈਕਚਰਾਂ ਰਾਹੀਂ ਕਰਨੀ ਹੈ। ਇਹ ਇੱਕ ਲੈਕਚਰ ਲੜੀ ਹੈ ਜਿਸ ਲੈਕਚਰ ਲੜੀ ਵਿੱਚ ਆਪਾਂ ਇਹਨਾਂ ਸਾਰੇ ਲੇਖਾਂ ਦੀ ਪੜ੍ਹਾਈ ਕਰਾਂਗੇ। ਆਪਾਂ ਪਿਛਲੇ ਲੈਕਚਰਾਂ ਵਿੱਚ ਇਸ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਵੀ ਦਿੱਤੀ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਯੂਨੀਵਰਸਿਟੀ ਵੱਲੋਂ ਪੁੱਛੇ ਜਾ ਸਕਣ ਵਾਲੇ ਵੱਡੇ ਉੱਤਰਾਂ ਵਾਲੇ ਸਵਾਲ ਤੇ ਛੋਟੇ ਉੱਤਰਾਂ ਵਾਲੇ ਸਵਾਲ ਕਿਹੋ ਜਿਹੇ ਹੋ ਸਕਦੇ ਹਨ। ਸਭ ਤੋਂ ਪਹਿਲਾਂ ਆਪਾਂ ਵੱਡੇ ਉੱਤਰਾਂ ਵਾਲੇ ਸਵਾਲਾਂ ਬਾਰੇ ਗੱਲ ਕਰਾਂਗੇ। ਇਹਨਾਂ ਵਿੱਚ ਇੱਕ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇਹ ਹੈ 12ਵੀਂ ਸੰਸਾਰ ਪੁਸਤਕ ਦੇ ਹਵਾਲੇ ਨਾਲ ਸੁਰਜਨਜੀਤ ਦੀ ਨਿਬੰਧ ਕਲਾ ਉੱਪਰ ਨੋਟ ਲਿਖੋ। ਤਾਂ ਇਸ ਤੋਂ ਇਲਾਵਾ ਕਿਉਂਕਿ ਇਸ ਪੁਸਤਕ ਦੇ ਵਿੱਚ ਟੋਟਲ 21 ਨਿਬੰਧ ਹਨ ਤੇ ਉਹਨਾਂ ਨਿਬੰਧਾਂ ਵਿੱਚੋਂ ਕਿਸੇ ਇੱਕ ਨਿਬੰਧ ਨੂੰ ਆਧਾਰ ਬਣਾ ਕੇ ਸਵਾਲ ਪੁੱਛੇ ਜਾ ਸਕਦੇ ਹਨ ਕਿ ਇਸ ਨਿਬੰਧ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ, ਜਾਂ ਇਸ ਨਿਬੰਧ ਦਾ ਵਿਸ਼ਾ ਵਸਤੂ ਲਿਖੋ, ਜਾਂ ਇਸ ਨਿਬੰਧ ਦੀ ਸਾਹਿਤਕ ਪਰਖ ਜਾਂ ਸਾਹਿਤਕ ਪੜਚੋਲ ਕਰੋ, ਜਾਂ ਇਸ ਨਿਬੰਧ ਵਿੱਚ ਆਏ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਸੋ ਇਸ ਤਰ੍ਹਾਂ ਦੇ ਕੁਝ ਸਵਾਲ ਨੇ ਜਿਹੜੇ ਵੱਡੇ ਉੱਤਰਾਂ ਵਾਲੇ, ਜਿਨ੍ਹਾਂ ਬਾਰੇ ਆਪਾਂ ਇਹਨਾਂ ਵੀਡੀਓ ਲੈਕਚਰਾਂ ਵਿੱਚ ਚਰਚਾ ਕਰਾਂਗੇ। ਤੇ ਛੋਟੇ ਉੱਤਰਾਂ ਵਾਲੇ ਜਿਹੜੇ ਸਵਾਲ ਨੇ, ਜਿਨ੍ਹਾਂ ਦੇ ਤੁਸੀਂ ਜਵਾਬ 300 ਤੋਂ 350 ਸ਼ਬਦਾਂ ਵਿੱਚ ਦੇਣੇ ਹਨ, ਇਹ ਇਹਨਾਂ 21 ਨਿਬੰਧਾਂ ਵਿੱਚ ਆਏ ਵਿਚਾਰਾਂ, ਸੰਕਲਪਾਂ, ਵਿਸ਼ਿਆਂ, ਵਰਤਾਰਿਆਂ ਅਤੇ ਜਾਣਕਾਰੀ ਇਹਨਾਂ ਵਿੱਚੋਂ ਪੁੱਛੇ ਜਾ ਸਕਦੇ ਹਨ। ਮੈਂ ਇਹਦੇ ਵਾਸਤੇ ਤੁਹਾਨੂੰ ਇੱਕ ਉਦਾਹਰਨ ਦੇ ਸਕਦਾ ਹਾਂ। ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਲਿਖ ਪੜ੍ਹਿਆ 20ਵੀਂ ਸਦੀ ਦੇ ਅਖੀਰਲੇ ਦਹਾਕੇ ਨੂੰ ਕੀ ਨਾਂ ਦਿੱਤਾ ਜਾਵੇ, ਤਾਂ ਇਹਦੇ ਵਿੱਚੋਂ ਕੁਝ ਸਵਾਲ ਬਣ ਸਕਦੇ ਹਨ, ਜਿਵੇਂ ਵਿਸ਼ਵ ਪੱਧਰ ਤੇ 20ਵੀਂ ਸਦੀ ਦੇ ਅਖੀਰਲੇ ਦਹਾਕੇ ਦੀ ਮਹੱਤਤਾ ਦਰਸਾਓ। ਜਾਂ ਸਵਾਲ ਹੋ ਸਕਦਾ ਹੈ ਕਿ 20ਵੀਂ ਸਦੀ ਦੇ ਅਖੀਰਲੇ ਦਹਾਕੇ ਦੇ ਨਾਮਕਰਨ ਉੱਪਰ ਵਿਸ਼ਵ ਭਰ ਵਿੱਚ ਕਿਸ ਤਰ੍ਹਾਂ ਦੀ ਚਰਚਾ ਚੱਲੀ। ਜਾਂ ਸਵਾਲ ਹੋ ਸਕਦਾ ਹੈ ਕਿ 20ਵੀਂ ਸਦੀ ਦਾ ਆਖਰੀ ਦਹਾਕਾ ਵਿਸ਼ਵ ਪੱਧਰ ਦੀਆਂ ਆਰਥਿਕ ਸਥਿਤੀਆਂ ਜਾਂ ਰਾਜਨੀਤਿਕ ਸਥਿਤੀਆਂ ਜਾਂ ਸੱਭਿਆਚਾਰਕ, ਸਮਾਜਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਸਥਿਤੀਆਂ ਦੇ ਪਰਿਵਰਤਨ ਦਾ ਕਾਰਨ ਕਿਵੇਂ ਬਣਦਾ ਹੈ। ਸੋ ਇਸ ਤਰ੍ਹਾਂ ਦੇ ਸਵਾਲ ਹੈ। ਇਹਨਾਂ ਦੇ ਜਵਾਬ ਤੁਸੀਂ 300 ਤੋਂ 350 ਸ਼ਬਦਾਂ ਦੇ ਵਿੱਚ ਦੇਣੇ ਹੁੰਦੇ ਹਨ। ਸੋ ਜਦੋਂ ਤੁਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦੇ ਜਵਾਬ ਦੇਵੋਗੇ ਤਾਂ ਉਹਦੇ ਵਿੱਚ ਪੁਸਤਕ ਬਾਰੇ ਸਾਰੀ ਜਾਣਕਾਰੀ, ਇਹ ਹੈ 12ਵੀਂ ਸੰਸਾਰ ਪੁਸਤਕ ਬਾਰੇ ਸਾਰੀ ਜਾਣਕਾਰੀ ਤੇ ਲੇਖਕ ਬਾਰੇ ਜਾਣਕਾਰੀ ਅਤੇ ਪੁਸਤਕ ਦੇ ਸਿਰਲੇਖ ਬਾਰੇ ਜਾਣਕਾਰੀ ਦੇਣੀ ਬੜੀ ਜ਼ਰੂਰੀ ਹੈ। ਸੋ ਇਸ ਜਾਣਕਾਰੀ ਲਈ ਪੁਸਤਕ ਇਹ ਹੈ 12ਵੀਂ ਸੰਸਾਰ ਦੀ ਭੂਮਿਕਾ ਪੜ੍ਹੀ ਜਾ ਸਕਦੀ ਹੈ, ਜਾਂ ਫਿਰ ਇਸ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਦਿੰਦਾ ਵੀਡੀਓ ਲੈਕਚਰ ਵੀ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਲੈਕਚਰ ਦਾ ਲਿੰਕ ਅਸੀਂ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤਾਂ ਕਿ ਤੁਹਾਨੂੰ ਇਸ ਬਾਰੇ ਪੜ੍ਹਨ ਵਿੱਚ ਆਸਾਨੀ ਰਹੇ। ਸੋ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਇਸ ਨਿਬੰਧ ਵਿੱਚ ਆਏ ਵਿਚਾਰਾਂ ਜਾਂ ਇਸ ਨਿਬੰਧ ਦੇ ਵਿਸ਼ਿਆਂ ਉੱਪਰ ਝਾਤ ਮਾਰਾਂਗੇ। ਇਹਨਾਂ ਵਿਸ਼ਿਆਂ ਜਾਂ ਇਹਨਾਂ ਵਿਚਾਰਾਂ ਸੰਬੰਧੀ ਤੁਹਾਡੀ ਸਕਰੀਨ ਤੇ ਜੋ ਪੁਆਇੰਟ ਦਿਖ ਰਹੇ ਹਨ, ਤੁਸੀਂ ਇਹਨਾਂ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਸੋ ਸਭ ਤੋਂ ਪਹਿਲਾ ਅਤੇ ਮੁੱਖ ਵਿਸ਼ਾ ਜਿਹੜਾ ਇਸ ਨਿਬੰਧ ਦਾ ਹੈਗਾ, ਉਹ ਇਹ ਹੈਗਾ ਕਿ ਅਮਰੀਕਾ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤਿਕ ਦਾਅਵਾ ਸਥਾਪਿਤ ਕਰਨ ਦਾ ਚਾਹਵਾਨ ਹੈ। ਆਪਾਂ ਨੂੰ ਪਤਾ ਹੀ ਹੈ ਕਿ ਅਮਰੀਕਾ ਵਿਸ਼ਵ ਦੀ ਇੱਕ ਇਹੋ ਜਿਹੀ ਸ਼ਕਤੀ ਬਣ ਚੁੱਕਿਆ ਜਿਹੜਾ ਕਿ ਸਾਰੀ ਦੁਨੀਆ ਦੇ ਦੇਸ਼ਾਂ ਦੇ ਉੱਤੇ ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਸਮਾਜਿਕ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਦਾਅਵਾ ਸਥਾਪਿਤ ਕਰਨਾ ਚਾਹੁੰਦਾ ਹੈ। ਇਹਦੇ ਪਿੱਛੇ ਉਹਦਾ ਮੁੱਖ ਕਾਰਨ ਤਾਂ ਇਹੀ ਹੈ ਕਿ ਰਾਜਨੀਤਿਕ ਪੱਧਰ ਤੇ ਸਾਰੇ ਦੇਸ਼ਾਂ ਨੂੰ ਦਬਾ ਕੇ ਰੱਖਿਆ ਜਾਵੇ, ਅਤੇ ਅਮਰੀਕਾ ਦੀਆਂ ਅਜਿਹੀਆਂ ਗਤੀਵਿਧੀਆਂ ਪਿੱਛੇ ਉਸ ਦਾ ਦੂਜਾ ਮਕਸਦ ਹੈਗਾ ਵਿਸ਼ਵ ਪੱਧਰ ਦੇ ਉੱਤੇ ਕੁਦਰਤੀ ਸਾਧਨਾਂ, ਕੁਦਰਤੀ ਸਰੋਤਾਂ ਦੇ ਉੱਤੇ ਕਬਜ਼ਾ ਕਰਨਾ। ਅਰਬ ਦੇਸ਼ਾਂ ਦੇ ਉੱਤੇ ਉਹਦੇ ਜਿਹੜੇ ਹਮਲੇ ਹੈ, ਜਾਂ ਅਰਬ ਦੇਸ਼ਾਂ ਦੇ ਉੱਤੇ ਉਹਦਾ ਕਬਜ਼ਾ ਕਰਨ ਦੀ ਭਾਵਨਾ ਹੈਗੀ ਹੈ। ਜਿਸ ਤਰੀਕੇ ਨਾਲ ਉਹਨੇ ਇਰਾਕ, ਈਰਾਨ, ਅਫਗਾਨਿਸਤਾਨ ਦੇ ਉੱਤੇ ਆਪਣੇ ਦਾਅਵੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਹਦੇ ਪਿੱਛੇ ਉਹਦਾ ਮੁੱਖ ਮਕਸਦ ਬੇਸਿਕਲੀ ਉੱਥੋਂ ਦੇ ਕੱਚੇ ਤੇਲ ਉੱਪਰ ਕਬਜ਼ਾ ਕਰਨਾ ਹੀ ਸੀਗਾ। ਬਾਕੀ ਦੁਜੈਲੀਆਂ ਗੱਲਾਂ ਸੀ। ਦੂਸਰਾ ਵਿਸ਼ਾ ਜਿਹੜਾ ਇਸ ਲੇਖ ਦੇ ਵਿੱਚ ਆਉਂਦਾ ਹੈਗਾ, ਉਹ ਹੈਗਾ ਕਿ 9/11/2001 ਨੂੰ ਵਰਲਡ ਟ੍ਰੇਡ ਸੈਂਟਰ ਉੱਤੇ WTC ਦੇ ਉੱਪਰ ਜਿਹੜਾ ਹਵਾਈ ਜਹਾਜ਼ਾਂ ਦੇ ਨਾਲ ਹਮਲਾ ਕੀਤਾ ਗਿਆ ਸੀ, ਉਸ ਦਾ ਮੁੱਖ ਕਾਰਨ ਹੈਗਾ ਉਹ ਅਮਰੀਕਾ ਦੀਆਂ ਮਾਰੂ ਨੀਤੀਆਂ ਨੂੰ ਹੀ ਮੰਨਿਆ ਜਾਂਦਾ ਹੈ, ਕਿਉਂਕਿ ਅਮਰੀਕਾ ਦੀਆਂ ਅਜਿਹੀਆਂ ਮਾਰੂ ਨੀਤੀਆਂ ਦੇ ਪ੍ਰਤੀਕਰਮ ਵਜੋਂ ਵਿਸ਼ਵ ਪੱਧਰ ਉੱਤੇ ਸੰਗਠਿਤ ਸਮੂਹਾਂ ਨੇ ਉਹਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਕਰਨ ਬਾਰੇ ਸੋਚਿਆ। ਇਹਨਾਂ ਹਮਲਾ ਕਰਨ ਵਾਲੇ ਸਮੂਹਾਂ ਦੇ ਵਿੱਚੋਂ ਅਲ-ਕਾਇਦਾ ਅਤੇ ਤਾਲਿਬਾਨ ਮਹੱਤਵਪੂਰਨ ਮੰਨੇ ਜਾਂਦੇ ਹਨ, ਤੇ ਇਹ ਵੀ ਅਮਰੀਕਾ ਵਾਂਗ
ਸ਼ਕਤੀ ਪ੍ਰਦਰਸ਼ਨ ਕਰਨ ਦੇ ਚਾਹਵਾਨ ਹਨ। ਵੈਸੇ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਅਲ-ਕਾਇਦਾ ਅਤੇ ਤਾਲਿਬਾਨ ਨੂੰ ਪੈਦਾ ਕਰਨ ਵਾਲਾ ਵੀ ਅਮਰੀਕਾ ਹੀ ਹੈ, ਅਤੇ ਇਸ ਲੇਖ ਵਿੱਚ ਵੀ ਇਹਦੇ ਬਾਰੇ ਆਪਾਂ ਪੜ੍ਹਾਂਗੇ। ਚੌਥੀ ਗੱਲ ਹੈ ਕਿ ਨੈਲਸਨ ਮੰਡੇਲਾ ਨੇ ਵੀ ਇਹ ਗੱਲ ਮੰਨੀ ਹੈ ਕਿ WTC 'ਤੇ ਹੋਇਆ ਹਮਲਾ ਅਮਰੀਕੀ ਨੀਤੀਆਂ ਦਾ ਹੀ ਪ੍ਰਤੀਕਰਮ ਹੈ। ਪੰਜਵੀਂ ਗੱਲ ਹੈ ਵਿਸ਼ਵ ਰਾਜਨੀਤੀ ਵਿੱਚ ਅਮਰੀਕਾ ਦੀ ਬੇਤੁਕੀ ਦਖਲਅੰਦਾਜ਼ੀ। ਇਰਾਕ 'ਤੇ ਹਮਲਾ ਸਿਰਫ ਦਾਅਵਾ ਸਥਾਪਿਤ ਕਰਨ ਦੇ ਉਦੇਸ਼ ਨਾਲ ਹੀ ਨਹੀਂ, ਸਗੋਂ ਤੇਲ 'ਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਵੀ ਕੀਤਾ ਸੀਗਾ, ਜਿਵੇਂ ਕਿ ਆਪਾਂ ਪਹਿਲਾਂ ਵੀ ਇਹਦੇ ਬਾਰੇ ਚਰਚਾ ਕਰ ਚੁੱਕੇ ਹਾਂ। ਅਗਲਾ ਵਿਸ਼ਾ ਹੈਗਾ ਕਿ ਅਮਰੀਕਾ ਜਾਨੀ ਨੁਕਸਾਨ ਨਾਲੋਂ ਆਪਣੇ ਹਮਲੇ ਨੂੰ ਤਰਜੀਹ ਦਿੰਦਾ ਹੈ। ਇਹਦਾ ਮਤਲਬ ਹੈ ਕਿ ਉਹ ਮਾਨਵ ਵਿਰੋਧੀ ਸ਼ਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ ਜਦੋਂ ਇਰਾਕ ਦੇ ਉੱਤੇ ਉਹਨੇ ਹਮਲਾ ਕਰਨਾ ਸੀ ਤਾਂ ਉਹਦੇ ਵਾਸਤੇ ਮਤਲਬ ਜਿਹੜਾ ਜਾਨੀ ਨੁਕਸਾਨ ਹੈ ਉਹ ਇੰਪੋਰਟੈਂਟ ਨਹੀਂ ਸੀਗਾ। ਅਗਲਾ ਹੈਗਾ ਕਿ ਅਮਰੀਕਾ ਦਾ ਸਿਆਸੀ ਦੰਭ, ਜਿਹੜਾ ਕਿ ਮਤਲਬ ਉਹ ਰਾਹ ਦੇ ਰੋੜਿਆਂ ਨੂੰ ਆਪਣੀਆਂ ਸਿਆਸੀ ਤਿਕੜਮਬਾਜ਼ੀਆਂ ਨਾਲ ਦੂਰ ਕਰਨਾ ਚਾਹੁੰਦਾ ਹੈ, ਕਿ ਉਹਦੇ ਅਮਰੀਕਾ ਦੇ ਆਪਣੇ ਦੇਸ਼ ਦੇ ਵਿੱਚ ਹੀ ਮਤਲਬ ਬਹੁਤ ਸਾਰੇ ਇਹੋ ਜਿਹੇ ਲੋਕ ਸਨ ਜਿਹੜੇ ਉਹਦੇ ਇਰਾਕ 'ਤੇ ਜਾਂ ਹੋਰ ਦੇਸ਼ਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਕਰਨ ਦੇ ਹੱਕ ਵਿੱਚ ਨਹੀਂ ਸਨ, ਪਰ ਉਹਨਾਂ ਨੂੰ ਇਹਨਾਂ ਨੇ ਆਪਣੀਆਂ ਰਾਜਨੀਤਿਕ ਚਾਲਾਂ ਦੇ ਨਾਲ ਦਬਾ ਕੇ ਰੱਖਤਾ। ਲੀਬੀਆ, ਸੀਰੀਆ, ਚੀਨ ਅਤੇ ਰੂਸ ਨੂੰ ਵੀ ਅਮਰੀਕਾ ਦੇ ਵਿਰੋਧੀਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਹਦਾ ਕਹਿਣਾ ਤਾਂ ਇਹੀ ਹੈ ਕਿ ਇਹ ਵੀ ਅਜਿਹੇ ਮਤਲਬ ਖਤਰਨਾਕ ਹਥਿਆਰ ਜਾਂ ਪਰਮਾਣੂ ਹਥਿਆਰ ਤਿਆਰ ਕਰ ਰਹੇ ਹਨ ਜਿਨ੍ਹਾਂ ਤੋਂ ਅਮਰੀਕਾ ਨੂੰ ਖਤਰਾ ਹੈ, ਪਰ ਬੁਨਿਆਦੀ ਰੂਪ ਦੇ ਵਿੱਚ ਉਦੇਸ਼ ਉਹਦੇ ਦੋ ਉਹੀ ਨੇ: ਆਰਥਿਕ ਵਸੀਲਿਆਂ 'ਤੇ ਕਬਜ਼ਾ ਅਤੇ ਕੁਦਰਤੀ ਸਰੋਤਾਂ ਦੇ ਉੱਤੇ ਕਬਜ਼ਾ। ਅਗਲਾ ਹੈਗਾ ਕਿ ਗੋਦੀ ਮੀਡੀਆ ਅਮਰੀਕੀ ਸਿਆਸਤ ਦੇ ਹੱਥਾਂ ਦੀ ਪੁਤਲੀ ਹੈ। ਵੈਸੇ ਤਾਂ ਗੋਦੀ ਮੀਡੀਆ ਸ਼ਬਦ ਭਾਰਤ ਦੇ ਵਿੱਚ ਰਵੀਸ਼ ਕੁਮਾਰ ਦੁਆਰਾ, ਇੱਕ ਵਰਿਸ਼ਟ ਪੱਤਰਕਾਰ ਹੈ ਜਿਹੜਾ, ਉਹਦੇ ਦੁਆਰਾ ਦਿੱਤਾ ਗਿਆ ਸ਼ਬਦ ਹੈ, ਪਰ ਜਿਹੜਾ ਸੱਤਾ ਦੇ ਪੱਖ ਵਿੱਚ ਭੁਗਤਣ ਵਾਲਾ ਮੀਡੀਆ ਉਹ ਸਾਰੀ ਦੁਨੀਆ ਦੇ ਵਿੱਚ ਬੜੇ ਸਮੇਂ ਤੋਂ ਪ੍ਰਚਲਿਤ ਹੈ, ਅਤੇ ਜ਼ਿਆਦਾਤਰ ਅਮਰੀਕਾ ਦੇ ਵਿੱਚ ਇਹੋ ਜਿਹੇ ਮੀਡੀਏ ਦੀ ਹੋਂਦ ਪਾਈ ਜਾਂਦੀ ਹੈ ਸਭ ਤੋਂ ਪਹਿਲਾਂ। ਬਾਕੀ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਵੀ ਮੀਡੀਆ ਹੈਗਾ। ਅਤੇ ਜਿਹੜਾ ਸਭ ਤੋਂ ਮਹੱਤਵਪੂਰਨ ਹੈ, ਜਿਹੜਾ ਲਾਸਟ ਦੇ ਵਿੱਚ ਹੈ, ਕਿ ਬੁਸ਼ ਇੱਕ ਜ਼ਾਲਮ ਨੀਤੀਵਾਨ ਹੈ ਜਿਸ ਨੇ ਦੁਨੀਆ ਉੱਤੇ ਅਮਰੀਕਾ ਦੇ ਸਰਬ ਸ਼ਕਤੀਮਾਨ ਹੋਣ ਦਾ ਡਰ ਸਿਰਜਿਆ ਹੈ। ਬੁਸ਼ ਜਿਹੜਾ ਕਿ ਰਾਸ਼ਟਰਪਤੀ ਸੀ, ਉਹ ਚਾਹੁੰਦਾ ਸੀਗਾ ਕਿ ਅਮਰੀਕਾ ਇੱਕ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਵੇ ਅਤੇ ਸਾਰੀ ਦੁਨੀਆ ਇਸ ਵਿਸ਼ਵ ਸ਼ਕਤੀ ਤੋਂ ਡਰੇ। ਸੋ ਇਹ ਕੁਝ ਵਿਸ਼ੇ ਸੀਗੇ, ਅਤੇ ਇਹਨਾਂ ਵਿਸ਼ਿਆਂ ਬਾਰੇ ਹੋਰ ਚਰਚਾ ਕਰਨ ਵਾਸਤੇ ਅਸੀਂ ਇਸ ਨਿਬੰਧ ਦੀ ਪੜ੍ਹਾਈ ਕਰਾਂਗੇ, ਅਤੇ ਉਹਦੇ ਵਿੱਚੋਂ ਆਪਾਂ ਇਹਨਾਂ ਨਾਲ ਸੰਬੰਧਿਤ ਕੁਝ ਹਵਾਲੇ ਵੀ ਦੇਵਾਂਗੇ। ਯੂਨੀਵਰਸਿਟੀ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਉੱਪਰ ਚਰਚਾ ਕਰਨ ਤੋਂ ਬਾਅਦ ਆਓ ਆਪਾਂ ਇਹ ਹੈ ਬਾਰਬੀ ਸੰਸਾਰ ਪੁਸਤਕ ਦੇ ਦੂਸਰੇ ਲੇਖ ਉੱਪਰ ਚਰਚਾ ਕਰੀਏ। ਦੂਸਰੇ ਲੇਖ ਦਾ ਸਿਰਲੇਖ ਹੈ ਬੁਸ਼ ਦੇ ਪਾਵੇ ਨਾਲ ਬੱਝੀ ਦੁਨੀਆ ਦੀ ਹੋਣੀ। ਤਾਂ ਸਿਰਲੇਖ ਤੋਂ ਹੀ ਜਿਵੇਂ ਕਿ ਸਪਸ਼ਟ ਹੈ ਕਿ ਬੁਸ਼ ਅਮਰੀਕਾ ਦਾ ਰਾਸ਼ਟਰਪਤੀ ਸੀ, ਅਤੇ ਅਮਰੀਕਾ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਉਹਨੇ ਅਮਰੀਕਾ ਨੂੰ ਇੱਕ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ, ਅਤੇ ਇਸ ਵਾਸਤੇ ਉਹਨੂੰ ਵਿਸ਼ਵ ਪੱਧਰ ਦੇ ਉੱਤੇ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਆਪਣਾ ਗਲਬਾ ਸਥਾਪਿਤ ਕਰਨ ਦੀ ਲੋੜ ਸੀ, ਅਤੇ ਜਿਹੜਾ ਕਿ ਉਹਨੇ ਕੀਤਾ ਵੀ। ਅਤੇ ਇਹ ਗਲਬਾ ਸਥਾਪਿਤ ਕਰਨ ਪਿੱਛੇ ਉਹਦੇ ਜਿਹੜੇ ਮੁੱਖ ਰੂਪ ਦੇ ਵਿੱਚ ਮਕਸਦ, ਜਿਨ੍ਹਾਂ ਬਾਰੇ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ, ਉਹ ਦੋ ਹੀ ਸਨ। ਪਹਿਲਾ ਤਾਂ ਸੀ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨਾ, ਅਤੇ ਦੂਸਰਾ ਸੀ ਵਿਸ਼ਵ ਭਰ ਦੇ ਕੁਦਰਤੀ ਸਰੋਤਾਂ ਅਤੇ ਕੁਦਰਤੀ ਸਾਧਨਾਂ ਉੱਪਰ ਕਬਜ਼ਾ ਕਰਨਾ। ਇਸ ਸਿਰਲੇਖ ਦੇ ਵਿੱਚ ਜਿਹੜੇ ਆਪਾਂ ਹੁਣੇ ਵਿਸ਼ੇ ਪੜ੍ਹ ਚੁੱਕੇ ਹਾਂ, ਉਹਨਾਂ ਵਿਸ਼ਿਆਂ ਦੇ ਵਿੱਚੋਂ ਸਭ ਤੋਂ ਜਿਹੜਾ ਪਹਿਲਾ ਵਿਸ਼ਾ ਇਹੀ ਸੀਗਾ ਕਿ ਅਮਰੀਕਾ ਆਪਣੇ ਆਪ ਨੂੰ ਇੱਕ ਵਿਸ਼ਵ ਸ਼ਕਤੀ ਬਣਾ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰਾਜਨੀਤਿਕ ਦਾਅਵਾ ਸਥਾਪਿਤ ਕਰ ਰਿਹਾ। ਸੋ ਆਪਾਂ ਪਹਿਲੇ ਪੈਰੇ ਦੇ ਵਿੱਚ ਦੇਖਦੇ ਹਾਂ, ਉਹਨਾਂ ਨੇ ਦੱਸਿਆ ਕਿ 9/11/2001 ਦੇ ਵਿੱਚ ਜਿਹੜਾ ਵਰਲਡ ਟ੍ਰੇਡ ਸੈਂਟਰ ਉੱਤੇ ਅਟੈਕ ਹੋਇਆ ਸੀਗਾ, ਦੋ ਜਿਹੜੇ ਟਵਿਨ ਟਾਵਰ ਸੀਗੇ, ਉਹਨਾਂ ਵਿੱਚ ਜਹਾਜ਼ਾਂ ਨਾਲ ਹਮਲਾ ਕਰਕੇ ਅਤੇ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ। ਇੱਕ ਪਾਸੇ ਤਾਂ ਅਮਰੀਕਾ ਨੂੰ ਚਾਹੀਦਾ ਸੀ ਕਿ ਉਹ ਸੋਗ ਮਨਾਵੇ, ਅਤੇ ਇਸ ਦੇ ਨਾਲ ਹੀ ਕਿਉਂਕਿ ਇਹਦੇ ਨਾਲ ਉਹਦੀ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਬੇਇੱਜ਼ਤੀ ਵੀ ਹੋਈ ਸੀ, ਚਾਹੀਦਾ ਤਾਂ ਇਹ ਸੀਗਾ ਕਿ ਉਹ ਆਪਣੇ ਸਹੀ ਦੁਸ਼ਮਣਾਂ ਦੀ ਭਾਲ ਕਰੇ, ਪਰ ਉਹਨੇ ਕਰਨਾ ਕੀ ਸ਼ੁਰੂ ਕਰ ਦਿੱਤਾ, ਉਹਨੇ ਸਾਰੀ ਦੁਨੀਆ ਦੇ ਉੱਤੇ ਧੱਕੇਸ਼ਾਹੀ ਧੌਂਸ ਜਮਾਉਣੀ ਸ਼ੁਰੂ ਕਰ ਦਿੱਤੀ, ਅਤੇ ਸਾਰੀ ਦੁਨੀਆ ਦੇ ਉੱਤੇ ਆਪਣਾ ਗਲਬਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਹਦੀ ਮਤਲਬ ਅਮਰੀਕਾ ਦੀ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਅਮਰੀਕਾ ਦੀ ਇੱਕ ਤਰ੍ਹਾਂ ਨਾਲ ਇਹ ਰਾਜਨੀਤੀ ਹੈ ਅਮਰੀਕਾ ਦੀ, ਕਿ ਉਹ ਸਾਰੀ ਦੁਨੀਆ ਦੇ ਉੱਤੇ ਗਲਬਾ ਸਥਾਪਿਤ ਕਰਦਾ, ਅਤੇ ਇਹਦੇ ਵਾਸਤੇ ਉਹ ਢੰਗ ਤਰੀਕਿਆਂ ਦੇ ਕਦੇ ਕਿਵੇਂ ਬਹਾਨੇ ਲੱਭਦਾ। ਤਾਂ
ਇਹ ਵੀ ਮੰਨਿਆ ਜਾਂਦਾ ਹੈ ਕਿ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਉਹ ਵੀ ਉਹਦੀਆਂ ਇਹੋ ਜਿਹੀਆਂ ਨੀਤੀਆਂ ਦੇ ਪ੍ਰਤੀਕਰਮ ਵਜੋਂ ਹੋਇਆ ਸੀਗਾ। ਆਪਾਂ ਇੱਥੇ ਇੱਕ ਪੈਰਾ ਪੜ੍ਹਦੇ ਹਾਂ ਕਿ ਜੇ ਅਮਰੀਕੀ ਹਾਕਮਾਂ ਨੂੰ ਇੱਕੋ ਇੱਕ ਮਹਾਸ਼ਕਤੀ ਹੋਣ ਦੇ ਘਮੰਡ ਨੇ ਇੰਨਾ ਬਦਮਸਤ ਨਾ ਕੀਤਾ ਹੁੰਦਾ ਤਾਂ 9/11/2001 ਦੀ ਘਟਨਾ ਤੋਂ ਬਾਅਦ ਉਹਨਾਂ ਨੇ ਆਪਣੇ ਮਨ ਵਿੱਚ ਵੀ ਝਾਤੀ ਮਾਰਦੇ। ਦਹਿਸ਼ਤਗਰਦੀ ਦੇ ਇੰਨੇ ਖੂਨੀ ਉਪੱਦਰ ਉੱਤੇ ਉਹਨਾਂ ਦਾ ਗੁੱਸੇ ਵਿੱਚ ਆਉਣਾ ਸੁਭਾਵਿਕ ਹੀ ਸੀ, ਪਰ ਗੁੱਸੇ ਦੀ ਹਾਲਤ ਵਿੱਚ ਵੀ ਉਹ ਇਸ ਗੱਲ ਦਾ ਜਾਇਜ਼ਾ ਲੈਣਾ ਨਾ ਭੁੱਲਦੇ ਕਿ ਕੀ ਇਹ ਦੁਖਾਂਤ ਉਹਨਾਂ ਦੀਆਂ ਆਪਣੀਆਂ ਨੀਤੀਆਂ ਤੇ ਵਤੀਰਿਆਂ ਦੀ ਪਰਤਵੀਂ ਗੂੰਜ ਤਾਂ ਨਹੀਂ, ਮਤਲਬ ਇਹ ਪ੍ਰਤੀਕਰਮ ਤਾਂ ਨਹੀਂ। ਔਰ ਇਸ ਗੱਲ ਬਾਰੇ ਨੈਲਸਨ ਮੰਡੇਲਾ ਨੇ ਵੀ ਇਹ ਗੱਲ ਕਹੀ ਹੈ। ਅਗਲਾ ਪੈਰਾ ਹੈ ਕਿ ਜਿਸ ਬਿਨ ਲਦੈਨ ਤੇ ਮੁੱਲਾ ਉਮਰ ਨੂੰ 9/11/2001 ਦੇ ਦੁਖਾਂਤ ਲਈ ਵਾਸ਼ਿੰਗਟਨ ਜ਼ਿੰਮੇਵਾਰ ਸਮਝਦਾ ਹੈ, ਉਹ ਅੰਤ ਨੂੰ ਅਮਰੀਕਾ ਤੇ ਉਸ ਦੀ ਅਗਵਾਈ ਹੇਠਲੇ ਆਜ਼ਾਦ ਸੰਸਾਰ ਦੀਆਂ ਪੈਦਾ ਕੀਤੀਆਂ ਹੋਈਆਂ ਬਲਾਵਾਂ ਹੀ ਤਾਂ ਹਨ। ਠੰਡੀ ਜੰਗ ਦੇ ਖਾਤਮੇ ਤੱਕ ਇਹ ਅਮਰੀਕਾ ਦੇ ਕਿੰਨੇ ਲਾਡਲੇ ਨਾਇਕ ਹੁੰਦੇ ਸਨ। ਸੋ ਕਹਿਣ ਦਾ ਮਤਲਬ ਇਹਨਾਂ ਨੂੰ ਬਿਨ ਲਦੈਨ ਤੇ ਮੁੱਲਾ ਉਮਰ ਜਿਹੜੇ ਕਿ ਅਲ ਕਾਇਦਾ ਅਤੇ ਤਾਲਿਬਾਨ ਸੁਪਰੀਮੋ ਸਨ, ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਅਮਰੀਕਾ ਖੁਦ ਹੀ ਹੈ, ਇਹ ਮੰਨਿਆ ਜਾਂਦਾ ਹੈ। ਜੇ ਅਲ ਕਾਇਦਾ ਤੇ ਤਾਲਿਬਾਨ ਦੇ ਅਜਿੱਤ ਹੋਣ ਦੇ ਭਰਮ ਨੂੰ ਪਾਲਦਿਆਂ ਇਹ ਸੋਚ ਲਿਆ ਕਿ ਕਿਉਂ ਨਾ ਉਹ ਲੱਗਦੇ ਹੱਥ ਦੂਸਰੀ ਮਹਾਸ਼ਕਤੀ ਦੀਆਂ ਗੋਲੀਆਂ ਵੀ ਲਵਾ ਦੇਣ, ਤਾਂ ਉਹਨਾਂ ਦੀ ਇਸ ਉਜੜ ਮਾਰ ਕੇ ਬਾਜੀ ਨੂੰ ਅਮਰੀਕੀ ਹਾਕਮਾਂ ਦੀ ਸੂਝਹੀਣਤਾ ਤੋਂ ਅੱਡ ਕਰਕੇ ਕਿਵੇਂ ਵੇਖਿਆ ਜਾ ਸਕਦਾ। ਮਤਲਬ ਜਿਵੇਂ ਅਮਰੀਕਾ ਸਾਰੀ ਦੁਨੀਆ ਤੇ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦਾ ਹੈ, ਉਸੇ ਤਰੀਕੇ ਨਾਲ ਅਲ ਕਾਇਦਾ ਅਤੇ ਤਾਲਿਬਾਨ ਚਾਹੁੰਦੇ ਸੀਗੇ। ਇਸ ਤਰੀਕੇ ਨਾਲ ਵੀ ਅਮਰੀਕਾ ਵਾਂਗ ਅਲ ਕਾਇਦਾ ਅਤੇ ਤਾਲਿਬਾਨ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ। ਇਸ ਤਰੀਕੇ ਨਾਲ ਅਮਰੀਕਾ ਤੇ ਇਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਸੋ ਮੈਂ ਜਿਹੜੀ ਗੱਲ ਹੁਣੇ ਕਰਕੇ ਹਟਿਆ ਕਿ ਦੱਖਣੀ ਅਫਰੀਕਾ ਦੇ ਸਾਬਕਾ ਪ੍ਰਧਾਨ ਨੈਲਸਨ ਮੰਡੇਲਾ ਨੇ ਵੀ ਮਤਲਬ ਅਮਰੀਕੀ ਪਰਚੇ ਨਿਊਜ਼ ਵੀਕ ਨਾਲ 9 ਸਤੰਬਰ 2002 ਵਿੱਚ ਜਿਹੜੀ ਆਪਣੀ ਮੁਲਾਕਾਤ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਮਰੀਕਾ ਬਹੁਤ ਗਲਤ ਰਾਜਨੀਤੀਆਂ ਚੱਲ ਰਿਹਾ ਹੈ ਤੇ ਉਹਦੀਆਂ ਇਸ ਰਾਜਨੀਤੀਆਂ ਦੇ ਪ੍ਰਤੀਕਰਮ ਵਜੋਂ ਹੀ ਇਹ ਹਮਲਾ ਹੋਇਆ ਹੈ। ਅਮਰੀਕਾ ਨੇ ਸਾਰੀ ਦੁਨੀਆ ਦੇ ਉੱਤੇ ਆਪਣਾ ਗਲਬਾ ਸਥਾਪਿਤ ਕਰਨਾ ਚਾਹਿਆ। ਇਸ ਲੇਖ ਵਿੱਚੋਂ ਆਪਾਂ ਇੱਕ ਹੋਰ ਪੈਰਾ ਪੜ੍ਹਦੇ ਹਾਂ। ਅਫਗਾਨਿਸਤਾਨ ਬਾਰੇ ਮੰਡੇਲਾ ਦੀ ਟਿੱਪਣੀ ਇੰਨੀ ਹੀ ਡੂੰਘੀ ਤੇ ਅਰਥ ਭਰਪੂਰ ਹੈ। ਉਹਨਾਂ ਕਿਹਾ ਕਿ ਈਰਾਨ ਵਿੱਚ ਗਲਤੀ ਕਰਨ ਪਿੱਛੋਂ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਉੱਥੋਂ ਦੇ ਵੇਲੇ ਦੀ ਸਰਕਾਰ ਦੇ ਨਰਮ ਖਿਆਲ ਵਿੰਗ ਦੀ ਹਮਾਇਤ ਅਤੇ ਹੌਸਲਾ ਅਫਜ਼ਾਈ ਕਰਨ ਦੀ ਥਾਂ ਮੁਜਾਹਦੀਨ ਨੂੰ ਸੈਨਿਕ ਤੇ ਮਾਲੀ ਵਸੀਲੇ ਫਰਾਹਮ ਕੀਤੇ। ਮਤਲਬ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮਦਦ ਕੀਤੀ, ਹੈਲਪ ਕੀਤੀ। ਨਤੀਜਾ ਇਹ ਨਿਕਲਿਆ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਅੱਗੇ ਆ ਗਏ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਈਰਾਨ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਕੋਝੀਆਂ ਨੀਤੀਆਂ ਚਲਾ ਕੇ ਉੱਥੋਂ ਦੇ ਹਾਲਾਤ ਆਪਣੇ ਵਿਰੋਧ ਵਿੱਚ ਕਰ ਲਏ ਤੇ ਅਫਗਾਨਿਸਤਾਨ ਦੇ ਵਿੱਚ ਵੀ ਉਹਨਾਂ ਨੇ ਆਪਣੇ ਹਾਲਾਤ ਅਸੀਂ ਜਿਹੜੇ ਅਫਗਾਨਿਸਤਾਨ ਦੇ ਜਾਂ ਕਹਿ ਲਓ ਵੀ ਸਾਰੀ ਦੁਨੀਆ ਦੇ ਹਾਲਾਤ ਇਹੋ ਜਿਹੇ ਕਰ ਲਏ ਜਿਨ੍ਹਾਂ ਨਾਲ ਅਮਰੀਕਾ ਉਹਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਤੇ ਇਹ ਹਮਲੇ ਦੇ ਕਾਰਨ ਵੀ ਇਹਨਾਂ ਨੂੰ ਹੀ ਮੰਨਿਆ ਜਾਂਦਾ ਹੈ। ਅੱਗੇ ਆਪਾਂ ਪੜ੍ਹਦੇ ਹਾਂ ਕਿ ਨੈਲਸਨ ਮੰਡੇਲਾ ਨੇ ਠੀਕ ਹੀ ਕਿਹਾ ਹੈ ਕਿ ਜੇ ਤੁਸੀਂ ਇਹਨਾਂ ਵਾਕਿਆਤ ਨੂੰ ਧਿਆਨ ਨਾਲ ਦੇਖੋ ਤਾਂ ਤੁਸੀਂ ਅਵੱਸ਼ ਹੀ ਇਹ ਨਤੀਜੇ 'ਤੇ ਪਹੁੰਚੋਗੇ ਕਿ ਅਮਰੀਕਾ ਦਾ ਆਪਣਾ ਵਤੀਰਾ ਹੀ ਸੰਸਾਰ ਅਮਨ ਲਈ ਖਤਰਾ ਬਣਿਆ ਹੋਇਆ ਹੈ। ਵਿਦਿਆਰਥੀਓ, ਪੁਸਤਕ ਵਿਚਲੀਆਂ ਇਹੋ ਜਿਹੀਆਂ ਗਲਤੀਆਂ ਨੂੰ ਆਪਾਂ ਨਜ਼ਰਅੰਦਾਜ਼ ਕਰਾਂਗੇ ਕਿਉਂਕਿ ਇਹ ਪ੍ਰਿੰਟਿੰਗ ਦੀਆਂ ਜਾਂ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਨੇ, ਇਹ ਲੇਖਕ ਵੱਲੋਂ ਦਿੱਤੀਆਂ ਹੋਈਆਂ ਗਲਤੀਆਂ ਨਹੀਂ ਹਨ। ਨੈਲਸਨ ਮੰਡੇਲਾ ਵਾਂਗ ਬਾਕੀ ਦੁਨੀਆ ਵੀ ਇਸ ਨਿਰਣੇ 'ਤੇ ਕਿਉਂ ਨਾ ਪਹੁੰਚੇ ਜਦੋਂ ਬੁਸ਼ ਪ੍ਰਸ਼ਾਸਨ ਨਿੱਤ ਨਵੇਂ ਪੁਆੜੇ ਖੜ੍ਹੇ ਕਰ ਰਹੀਆਂ ਅਮਰੀਕੀ ਨੀਤੀਆਂ ਵਿੱਚ ਕੋਈ ਮੋੜਾ ਲਿਆਉਣ ਦੀ ਥਾਂ ਉਹਨਾਂ ਨੂੰ ਇੰਤਹਾ ਤੱਕ ਲੈ ਜਾਣ 'ਤੇ ਤੁਲਿਆ ਹੋਇਆ ਹੈ। ਕਹਿਣ ਦਾ ਮਤਲਬ ਕਿ ਬੁਸ਼ ਤੋਂ ਪਹਿਲਾਂ ਵਾਲੇ ਰਾਸ਼ਟਰਪਤੀਆਂ ਨੇ ਵੀ ਅਮਰੀਕਾ ਨੂੰ ਵਿਸ਼ਵ ਸ਼ਕਤੀ ਬਣਾਉਣ ਦੇ ਚੱਕਰ ਦੇ ਵਿੱਚ ਸਾਰੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਕਬਜ਼ਾ ਕਰਨ, ਉਹਨਾਂ 'ਤੇ ਹਮਲਾ ਕਰਨ, ਉਹਨਾਂ ਨੂੰ ਨਸ਼ਟ ਕਰਨ, ਆਪਣੀ ਸ਼ਕਤੀ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਇਸ ਲੇਖ ਵਿੱਚ ਲੇਖਕ ਨੇ ਇਹ ਵਿਚਾਰ ਦਿੱਤਾ ਹੈ ਕਿ ਅਮਰੀਕਾ ਬੇਸਿਕਲੀ ਜਦੋਂ ਦੂਸਰੇ ਦੇਸ਼ਾਂ ਦੇ ਉੱਤੇ ਹਮਲਾ ਕਰਦਾ ਹੈ ਤਾਂ ਉਹਦੇ ਪਿੱਛੇ ਕੋਈ ਠੋਸ ਕਾਰਨ ਨਹੀਂ ਹੁੰਦੇ, ਬਲਕਿ ਉਹ ਕਾਰਨ ਇੱਧਰੋਂ ਉੱਧਰੋਂ ਲੱਭ ਲੈਂਦਾ ਹੈ। ਜਿਸ ਤਰੀਕੇ ਨਾਲ ਇਰਾਕ ਦੇ ਖਿਲਾਫ ਜੰਗ ਦੇ ਸੰਬੰਧ ਵਿੱਚ ਅਸਲ ਸਵਾਲ ਇਹ ਨਹੀਂ ਕਿ ਸਦਾਮ ਦਾ ਕੀ ਬਣਦਾ ਹੈ, ਅਸਲ ਸਵਾਲ ਉਹਨਾਂ ਅਖੌਤੀ ਕਾਰਨਾਂ ਦਾ ਹੈ ਜਿਹੜੇ ਇਰਾਕ ਦੇ ਹਮਲੇ ਨੂੰ ਜਾਇਜ਼ ਅਤੇ ਜ਼ਰੂਰੀ ਠਹਿਰਾਉਣ ਲਈ ਪੇਸ਼ ਕੀਤੇ ਜਾ ਰਹੇ ਹਨ। ਇਹ ਕਾਰਨ ਅਜਿਹੇ ਹਨ ਜਿਨ੍ਹਾਂ ਨੂੰ ਕਾਰਨ ਆਖਣਾ ਹੀ ਦਲੀਲ ਨੂੰ ਦੁਰਕਾਰਨਾ ਹੈ। ਸੋ ਇਹ ਕਾਰਨ ਦਿੱਤੇ ਗਏ ਕੁਛ
ਇਹਨਾਂ ਕਾਰਨਾਂ ਦੇ ਅਨੁਸਾਰ ਸਭ ਤੋਂ ਪਹਿਲਾ ਕਾਰਨ ਤਾਂ ਜਿਹੜਾ ਇਸ ਪਹਿਰੇ ਦੇ ਵਿੱਚ ਦਿੱਤਾ ਹੋਇਆ ਉਹ ਇਹ ਹੈਗਾ ਕਿ ਅਮਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਕ ਜਿਹੜਾ ਹੈਗਾ ਇਹ ਅਮਰੀਕਾ ਦੇ ਉੱਪਰ ਹਮਲੇ ਕਰਨ ਲਈ ਬਹੁਤ ਤਰ੍ਹਾਂ ਦੇ ਮਾਰੂ ਹਥਿਆਰ ਅਤੇ ਪਰਮਾਣੂ ਹਥਿਆਰਾਂ ਦੀ ਪ੍ਰੋਡਕਸ਼ਨ ਕਰ ਰਿਹਾ ਹੈ, ਮਤਲਬ ਉਹ ਹਥਿਆਰ ਬਣਾ ਰਿਹਾ ਹੈ। ਇਸ ਕਰਕੇ ਵੀ ਅਮਰੀਕਾ ਕਹਿੰਦਾ ਕਿ ਸਾਨੂੰ ਇਰਾਕ ਤੋਂ ਖਤਰਾ ਹੈ, ਇਸ ਕਰਕੇ ਸਾਨੂੰ ਇਹਨਾਂ ਦੇ ਖਿਲਾਫ ਜੰਗ ਕਰਨੀ ਪਊਗੀ ਅਤੇ ਇਹਨਾਂ ਦੇ ਉਹ ਸਾਰੇ ਇਨਫਰਾਸਟਰਕਚਰ ਨੂੰ ਖ਼ਤਮ ਕਰਨਾ ਪਵੇਗਾ ਜਿਸ ਇਨਫਰਾਸਟਰਕਚਰ ਦੀ ਵਰਤੋਂ ਕਰਕੇ ਉਹ ਹਥਿਆਰ ਬਣਾ ਰਹੇ ਹਨ। ਅਤੇ ਅਮਰੀਕਾ ਦੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਹੱਕ ਦੇ ਵਿੱਚ ਵੀ ਕੁਝ ਲੋਕ ਖੜ੍ਹੇ, ਜਿਵੇਂ ਬੁਸ਼ ਤੋਂ ਬਾਅਦ ਬਰਤਾਨੀਆ ਦਾ ਟੋਨੀ ਬਲੇਅਰ ਇੱਕੋ ਇੱਕ ਆਗੂ ਹੈ ਜਿਹੜਾ ਅਮਰੀਕਾ ਵੱਲੋਂ ਗਿਣਾਏ ਜਾ ਰਹੇ ਬੇਤੁਕੇ ਕਾਰਨਾਂ ਵਿੱਚ ਈਮਾਨ ਰੱਖਦਾ ਹੈ ਅਤੇ ਵਾਈਟ ਹਾਊਸ ਦੇ ਲਾਗੀ ਵਜੋਂ ਇਰਾਕ ਉੱਤੇ ਹਮਲੇ ਦੀਆਂ ਗੰਢਾਂ ਵੱਖ-ਵੱਖ ਦੇਸ਼ਾਂ ਦੀਆਂ ਹਕੂਮਤਾਂ ਨੂੰ ਵੰਡ ਰਿਹਾ ਹੈ ਜਿਵੇਂ ਇਹ ਕੋਈ ਜਸ਼ਨ ਹੋਵੇ। ਮਤਲਬ ਅਮਰੀਕਾ ਦੇ ਹੱਕ ਦੇ ਵਿੱਚ, ਅਮਰੀਕਾ ਦੀਆਂ ਇਸ ਨੀਤੀਆਂ ਦੇ ਹੱਕ ਦੇ ਵਿੱਚ ਬਰਤਾਨੀਆ ਹੀ ਖੜ੍ਹਾ ਹੈ ਅਤੇ ਬਾਕੀ ਦੁਨੀਆ ਨੂੰ ਕੋਈ ਭੁਲੇਖਾ ਨਹੀਂ ਕਿ ਇਰਾਕ ਦੇ ਲੋਕਾਂ ਨੂੰ ਸਦਾਮ ਦੀ ਖੂਨੀ ਡਿਕਟੇਟਰਸ਼ਿਪ ਤੋਂ ਮੁਕਤ ਕਰਾਉਣ ਦੇ ਬੁਸ਼ ਦੇ ਪਰਮਾਰਥ ਪਿੱਛੇ ਦਰਅਸਲ ਇਰਾਕ ਦੇ ਅਥਾਹ ਤੇਲ ਵਸੀਲਿਆਂ ਉੱਪਰ ਕਬਜ਼ਾ ਕਰਨ ਦਾ ਨੰਗਾ ਚਿੱਟਾ ਸਵਾਰਥ ਲੁਕਿਆ ਹੋਇਆ ਹੈ। ਕਹਿਣ ਦਾ ਮਤਲਬ ਕਿ ਜਿਵੇਂ ਆਪਾਂ ਹੁਣੇ ਦੱਸ ਚੁੱਕੇ ਹਾਂ ਕਿ ਅਮਰੀਕਾ ਸਾਰੀ ਦੁਨੀਆ ਦੇ ਉੱਤੇ ਕਬਜ਼ਾ ਉੱਥੋਂ ਦੇ ਕੁਦਰਤੀ ਵਸੀਲਿਆਂ ਦੇ ਉੱਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਹੀ ਕਰਨਾ ਚਾਹੁੰਦਾ ਹੈ। ਸੋ ਇੱਥੇ ਤੇਲ ਦੀ ਬਹੁਤ ਭਰਮਾਰ ਸੀ, ਇਸ ਕਰਕੇ ਇਰਾਕ ਦੇ ਉੱਤੇ ਅਮਰੀਕਾ ਇਸ ਤੇਲ ਦੇ ਲਾਲਚ ਵੱਸ ਹਮਲਾ ਕਰਨਾ ਚਾਹੁੰਦਾ ਹੈ। ਸੋ ਅਗਲੇ ਪਹਿਰੇ ਦੇ ਵਿੱਚ ਇੱਕ ਵਿਚਾਰ ਇਹ ਆਉਂਦਾ ਹੈ ਕਿ ਅੰਤ ਨੂੰ ਇਹੀ ਅਮਰੀਕਾ ਹੈ ਜਿਸ ਨੇ ਇਰਾਨ ਇਰਾਕ ਲੜਾਈ ਵੇਲੇ ਸਦਾਮ ਦੀ ਪਿੱਠ ਥਾਪੜੀ ਸੀ। ਕਹਿਣ ਦਾ ਮਤਲਬ ਇਹ ਹੈਗਾ ਕਿ ਸਦਾਮ ਹੁਸੈਨ ਜਿਹੜਾ ਕਿ ਹੁਣ ਇਰਾਕ ਦੇ ਵਿੱਚ ਜਿਹਨੂੰ ਕਿ ਅਮਰੀਕਾ ਡਿਕਟੇਟਰ ਦੱਸਦੀ ਹੈ, ਉਹ ਵੀ ਅਮਰੀਕਾ ਵੱਲੋਂ ਤਿਆਰ ਕੀਤਾ ਹੋਇਆ ਜਾਂ ਅਮਰੀਕਾ ਦੀ ਹੀ ਇੱਕ ਕਠਪੁਤਲੀ ਸੀਗੀ। ਪਰ ਉਸ ਵੇਲੇ ਸਦਾਮ ਹੁਸੈਨ ਅਮਰੀਕਾ ਦੀ ਇੱਕ ਕਠਪੁਤਲੀ ਵਜੋਂ ਕੰਮ ਕਰਦਾ ਸੀਗਾ, ਇਸ ਕਰਕੇ ਉਹਨੂੰ ਉਹ ਚੰਗਾ ਲੱਗਦਾ ਸੀਗਾ। ਪਰ ਜਦੋਂ ਸਦਾਮ ਹੁਸੈਨ ਅਮਰੀਕਾ ਦੀਆਂ ਨੀਤੀਆਂ ਦੇ ਖਿਲਾਫ ਭੁਗਤਣ ਲੱਗ ਪਿਆ ਤਾਂ ਉਹੀ ਸਦਾਮ ਹੁਸੈਨ ਅਮਰੀਕਾ ਨੂੰ ਇੱਕ ਡਿਕਟੇਟਰ, ਇੱਕ ਖਤਰਨਾਕ ਡਿਕਟੇਟਰ ਲੱਗਣ ਲੱਗ ਪਿਆ, ਜਿਸ ਨੂੰ ਕਿ ਖ਼ਤਮ ਕਰਨਾ ਅਮਰੀਕਾ ਨੇ ਆਪਣਾ ਉਦੇਸ਼ ਸਮਝਿਆ ਤਾਂ ਕਿ ਉਹ ਲੋਕਾਂ ਦੀ ਭਲਾਈ ਕਰ ਸਕੇ। ਪਰ ਲੋਕਾਂ ਦੀ ਭਲਾਈ ਤਾਂ ਇੱਕ ਬਹਾਨਾ ਹੀ ਸੀ, ਅਸਲ ਬਹਾਨੇ ਤਾਂ ਕਿਤੇ ਹੋਰ ਛੁਪੇ ਹੋਏ ਸਨ। ਕਿਉਂਕਿ ਜੇਕਰ ਲੋਕਾਂ ਦੀ ਭਲਾਈ ਦੀ ਗੱਲ ਹੀ ਹੁੰਦੀ ਤਾਂ ਫਿਰ ਅਮਰੀਕਾ ਈਰਾਨ ਦੇ ਉੱਤੇ ਹਮਲੇ ਕਰਨ ਵੇਲੇ ਅਜਿਹੀਆਂ ਗੱਲਾਂ ਨਾ ਕਰਦਾ। ਉਹਨਾਂ ਨੇ ਲੋਕਾਂ ਦੀ ਮੌਤ ਬਾਰੇ ਵੀ ਇੱਥੇ ਇੱਕ ਗੱਲ ਕੀਤੀ ਹੈ, ਇਸ ਲੇਖ ਦੇ ਵਿੱਚ ਵੀ ਇਹ ਪਈ ਹੈ ਕਿ ਕੌਮਾਂਤਰੀ ਏਜੰਸੀਆਂ ਦੇ ਅੰਦਾਜ਼ ਅਨੁਸਾਰ ਅਮਰੀਕੀ ਨਾਕਾਬੰਦੀ ਦੇ ਸਿੱਟੇ ਵਜੋਂ ਘੱਟੋ ਘੱਟ 15 ਲੱਖ ਇਰਾਕੀ ਲੋਕ ਬੇਵਕਤ ਮੌਤ ਮਰ ਚੁੱਕੇ ਹਨ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਚੌਥਾ ਹਿੱਸਾ ਬੱਚੇ ਹਨ। ਇਹ ਕਿਆਸ ਕਰਨਾ ਮੁਸ਼ਕਲ ਨਹੀਂ ਕਿ ਨਵਾਂ ਅਮਰੀਕੀ ਹਮਲਾ ਉਹਨਾਂ ਲਈ ਕਿੰਨੀਆਂ ਹੋਰ ਮੁਸ਼ਕਲਾਂ ਅਤੇ ਤਬਾਹੀ ਲਿਆਏਗਾ। ਹਮਲੇ ਦੀਆਂ ਵਿਉਂਤਾਂ ਬਣਾ ਰਹੇ ਅਮਰੀਕੀ ਜਰਨੈਲਾਂ ਅਨੁਸਾਰ ਹਮਲੇ ਦੇ ਸਮੇਂ ਪੂਰੀ ਸਾਵਧਾਨੀ ਵਰਤਿਆਂ ਵੀ ਇਰਾਕੀ ਨਾਗਰਿਕਾਂ ਦਾ ਜਾਨੀ ਨੁਕਸਾਨ ਟਾਲਿਆ ਨਹੀਂ ਜਾ ਸਕੇਗਾ। ਉਹਨਾਂ ਨੇ ਸੰਕੋਚ ਭਰੇ ਅੰਦਾਜ਼ਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 10,000 ਤੱਕ ਜਾ ਸਕਦੀ ਹੈ। ਜਿੰਨੇ ਸਰਸਰੀ ਢੰਗ ਨਾਲ ਅਮਰੀਕੀ ਜਰਨੈਲ ਇਰਾਕ ਵਿੱਚ ਹੋਣ ਵਾਲੇ ਜਾਨੀ ਨੁਕਸਾਨ ਦਾ ਜ਼ਿਕਰ ਕਰ ਰਹੇ ਹਨ, ਉਹਨਾਂ ਤੋਂ ਕੀ ਨਤੀਜਾ ਕੱਢਿਆ ਜਾਵੇ। ਮਤਲਬ ਕਹਿਣ ਦਾ ਇਹ ਹੈ ਕਿ ਅਮਰੀਕਾ ਕਹਿ ਰਿਹਾ ਕਿ 10,000 ਬੰਦਾ ਵੱਧ ਤੋਂ ਵੱਧ ਸਾਡੇ ਇਸ ਹਮਲੇ ਦੇ ਵਿੱਚ ਮਰ ਸਕਦਾ ਅਤੇ ਉਹਨਾਂ ਨੂੰ ਇਹ ਗਿਣਤੀ ਬਹੁਤ ਛੋਟੀ ਲੱਗਦੀ ਹੈ। ਹਾਲਾਂਕਿ ਇੱਕ ਨਾਗਰਿਕ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਹੁਣ ਇੱਥੇ ਅਮਰੀਕਾ ਜੇਕਰ ਲੋਕ ਹਿਤੈਸ਼ੀ ਹੁੰਦਾ ਤਾਂ ਉਹ ਇਹ ਕਹਿੰਦਾ ਕਿ ਅਸੀਂ ਇੱਕ ਵੀ ਇਰਾਕੀ ਨਾਗਰਿਕ ਨਹੀਂ ਮਰਨ ਦੇਵਾਂਗੇ। ਪਰ ਉਹ ਤਾਂ ਕਹਿ ਰਹੇ ਆ ਵੀ ਇੰਨੇ ਕੁ ਲੋਕ ਤਾਂ ਮਰ ਹੀ ਸਕਦੇ ਆ ਸਾਡੇ ਹਮਲੇ ਦੇ ਵਿੱਚ। ਇਹਦਾ ਮਤਲਬ ਉਹਨਾਂ ਦੀਆਂ ਨੀਤੀਆਂ ਕੋਈ ਲੋਕ ਹਿਤੈਸ਼ੀ ਨੀਤੀਆਂ ਨਹੀਂ ਹਨ, ਉਹ ਲੋਕ ਵਿਰੋਧੀ ਨੀਤੀਆਂ ਹਨ। ਇਸ ਕਰਕੇ ਉਹ ਸਦਾਮ ਨੂੰ ਡਿਕਟੇਟਰ ਸਾਬਤ ਕਰਕੇ ਲੋਕਾਂ ਦੇ ਪੱਖ ਦੀ ਕੋਈ ਗੱਲ ਨਹੀਂ ਕਰ ਰਹੇ। ਮੂਲ ਰੂਪ ਦੇ ਵਿੱਚ ਉਹ ਉੱਥੋਂ ਦੇ ਕੱਚੇ ਤੇਲ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ। ਸੋ ਅਮਰੀਕਾ ਦੇ ਇਸ ਹਮਲੇ ਨੂੰ ਨਜਾਇਜ਼ ਸਮਝਣ ਵਾਲੇ ਵੀ ਕੁਝ ਲੋਕ ਸਾਹਮਣੇ ਆਏ, ਜਿਵੇਂ ਕਿ ਉਹਨਾਂ ਵਿੱਚੋਂ ਇੱਕ ਸੀਗਾ ਸਿਆਸਤਦਾਨ ਰਿਟਾਇਰਡ ਜਰਨੈਲ ਸਾਬਕਾ ਉੱਚ ਅਧਿਕਾਰੀ ਪੱਤਰਕਾਰ ਸਕਾਟ ਰਿਟਰ। ਸੋ ਇਹ ਉਹ ਬੰਦਾ ਸੀਗਾ ਜਿਹਦੇ ਬਾਰੇ ਇਸ ਲੇਖ ਵਿੱਚ ਲਿਖਿਆ ਵੀ ਗਿਆ ਹੈ, ਆਪਾਂ ਪੜ੍ਹਾਂਗੇ।
ਮਿਸਟਰ ਰਿਟਰ ਉਸ ਮਿਸ਼ਨ ਦਾ ਮੁਖੀ ਸੀ ਜਿਹੜਾ ਸੰਯੁਕਤ ਰਾਸ਼ਟਰ ਨੇ ਇਰਾਕ ਨੂੰ ਬੇਹਥਿਆਰ ਕਰਨ ਲਈ 1991 ਵਿੱਚ ਬਗਦਾਦ ਭੇਜਿਆ ਸੀ। ਇਸ ਮਿਸ਼ਨ ਨੇ 1998 ਤੱਕ 8 ਸਾਲ ਇਰਾਕ ਵਿੱਚ ਗੁਜ਼ਾਰੇ ਸਨ। ਮਿਸਟਰ ਰਿਟਰ ਦੇ ਕਹਿਣ ਅਨੁਸਾਰ ਇਸ ਸਮੇਂ ਵਿੱਚ ਮਿਸ਼ਨ ਦੀ ਨਿਗਰਾਨੀ ਹੇਠ ਇਰਾਕ ਦੀ ਇੱਕ ਨੁੱਕਰ ਫਰੋਲੀ ਗਈ ਸੀ ਅਤੇ ਉਸ ਦੀਆਂ ਉਹ ਸਾਰੀਆਂ ਸਹੂਲਤਾਂ, ਸਾਜ਼ੋ ਸਮਾਨ ਅਤੇ ਸਨਅਤੀ ਆਧਾਰ ਨਕਾਰਾ ਕਰ ਦਿੱਤੇ ਗਏ ਸਨ ਜਿਨ੍ਹਾਂ ਤੋਂ ਬਗੈਰ ਪਰਮਾਣੂ ਜਾਂ ਹੋਰ ਖਤਰਨਾਕ ਹਥਿਆਰ ਤਿਆਰ ਹੀ ਨਹੀਂ ਹੋ ਸਕਦੇ। ਸੋ ਇਹ ਬੰਦਾ ਸੀ ਜਿਹੜਾ ਜਿਹਨੇ ਕਿ ਉੱਥੋਂ ਦੇ ਸਾਰੇ ਉਸ ਤਰ੍ਹਾਂ ਦੇ ਵਸੀਲੇ ਖਤਮ ਕੀਤੇ ਸਨ। ਉਹਨੇ ਬਾਅਦ ਦੇ ਵਿੱਚ ਆ ਕੇ ਦੱਸਿਆ ਕਿ ਉਹਨੇ ਇੱਕ ਤਰ੍ਹਾਂ ਦਾ ਬੁਸ਼ ਪ੍ਰਸ਼ਾਸਨ ਨੂੰ ਚੈਲੰਜ ਹੀ ਕੀਤਾ ਕਿ ਉਹ ਆਪਣੇ ਇਹਨਾਂ ਦਾਅਵਿਆਂ ਦੇ ਹੱਕ ਵਿੱਚ ਸਬੂਤ ਪੇਸ਼ ਕਰੇ ਕਿ ਇਰਾਕ ਨਿਊਕ ਮਿਜ਼ਾਈਲਾਂ ਜਾਂ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਉਹਨੇ ਆਪਣੇ ਹੱਥਾਂ ਦੇ ਨਾਲ ਉੱਥੋਂ ਦਾ ਉਹ ਸਾਰਾ ਇਨਫਰਾਸਟ੍ਰਕਚਰ ਸੀ ਜਿਹੜਾ ਖਤਮ ਕੀਤਾ ਸੀ। ਇਸ ਕਰਕੇ ਉਹਦਾ ਮੰਨਣਾ ਸੀਗਾ ਕਿ ਅਮਰੀਕਾ ਦੀ ਇਹ ਇੱਕ ਸਾਜ਼ਿਸ਼ ਹੈ, ਅਜਿਹੀ ਕੋਈ ਗੱਲ ਨਹੀਂ ਹੈ। ਇਰਾਕ ਬਿਲਕੁਲ ਵੀ ਕਿਸੇ ਤਰ੍ਹਾਂ ਦੇ ਹਥਿਆਰ ਨਹੀਂ ਬਣਾ ਰਿਹਾ। ਅਮਰੀਕਾ ਇਸ ਨੂੰ ਸਿਰਫ ਬਹਾਨੇ ਦੇ ਰੂਪ ਵਿੱਚ ਵਰਤ ਰਿਹਾ ਹੈ ਤੇ ਉਹ ਕਿਸੇ ਵੀ ਹੀਲੇ ਇਰਾਕ ਦੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ। ਪਰ ਬੁਸ਼ ਪ੍ਰਸ਼ਾਸਨ ਨੇ ਇਹਨਾਂ ਗੱਲਾਂ ਨੂੰ ਆਸਾਨੀ ਨਾਲ ਝੁਠਲਾ ਦਿੱਤਾ। ਉਹਦੇ ਵਾਸਤੇ ਉਹਨਾਂ ਨੇ ਮਤਲਬ ਮੀਡੀਆ ਦੀ ਵਰਤੋਂ ਕਰਕੇ, ਕਿਉਂਕਿ ਗੋਦੀ ਮੀਡੀਆ ਸਾਰੀ ਦੁਨੀਆ ਦੇ ਵਿੱਚ ਹੀ ਹੈ, ਸੋ ਮੀਡੀਆ ਦੀ ਮਦਦ ਲੈ ਕੇ ਬੁਸ਼ ਪ੍ਰਸ਼ਾਸਨ ਨੇ ਮਿਸਟਰ ਰਿਟਰ ਦੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਝੁਠਲਾ ਦਿੱਤਾ। ਤੇ ਪਰ ਉਹਨੂੰ ਤਾਂ ਝੁਠਲਾਤਾ, ਪਰ ਇਸ ਦੇ ਨਾਲ ਇੱਕ ਹੋਰ ਵੀ ਬੰਦਾ ਸੀਗਾ, ਜਨਰਲ ਟੇਨੈਂਟ। ਇਹ CIA ਦਾ ਡਾਇਰੈਕਟਰ ਸੀਗਾ ਤੇ ਇਹਦੇ ਬਾਰੇ ਇਸ ਲੇਖ ਦੇ ਵਿੱਚ ਦੱਸਿਆ ਗਿਆ ਕਿ ਪਿੱਛੇ ਜਿਹੇ ਮਿਸਟਰ ਟੇਨੈਂਟ ਨੇ ਪ੍ਰਸ਼ਾਸਨ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਕਿ ਇਸ ਗੱਲ ਦਾ ਕੋਈ ਖਦਸ਼ਾ ਨਜ਼ਰ ਨਹੀਂ ਆਉਂਦਾ ਕਿ ਸਦਾਮ ਹੁਸੈਨ ਅਮਰੀਕਾ 'ਤੇ ਹਮਲਾ ਕਰਨਾ ਚਾਹੁੰਦਾ ਹੈ। ਅਲਬੱਤਾ ਇਸ ਗੱਲ ਦੀ ਬੜੀ ਵੱਡੀ ਸੰਭਾਵਨਾ ਹੈ ਕਿ ਇਰਾਕ ਉੱਪਰ ਹਮਲੇ ਦੇ ਸਿੱਟੇ ਵਜੋਂ ਅਮਰੀਕਾ ਨੂੰ ਬਹੁਤ ਮਹਿੰਗਾ ਮੁੱਲ ਚੁਕਾਉਣਾ ਪਵੇ, ਕਿਉਂਕਿ ਉਸ ਹਾਲਤ ਵਿੱਚ ਆਤੁਰ ਆਇਆ ਸਦਾਮ ਕਿਸੇ ਵੀ ਹਰਬੇ ਤੋਂ ਕੰਮ ਲੈਣ ਤੋਂ ਗੁਰੇਜ਼ ਨਹੀਂ ਕਰੇਗਾ। ਸੋ ਉਸਨੇ ਸਿੱਧੇ ਰੂਪ ਦੇ ਵਿੱਚ ਬੁਸ਼ ਪ੍ਰਸ਼ਾਸਨ ਨੂੰ ਇਹ ਚਿੱਠੀ ਲਿਖੀ ਸੀ ਕਿ ਭਾਈ ਤੁਹਾਡਾ ਹਮਲਾ ਬਿਲਕੁਲ ਗਲਤ ਹੈ। ਪਰ ਬੁਸ਼ ਪ੍ਰਸ਼ਾਸਨ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਉਹਦੇ 'ਤੇ ਹਮਲਾ ਕਰਨ ਦੀ ਪੂਰੀ ਪਲੈਨਿੰਗ ਕੀਤੀ। ਇਸ ਦੇ ਨਾਲ ਹੀ ਬੁਸ਼ ਸਿਰਫ ਇਰਾਕ ਨੂੰ ਹੀ ਨਹੀਂ, ਕੁਝ ਹੋਰ ਦੇਸ਼ਾਂ ਨੂੰ ਵੀ ਆਪਣੇ ਦੁਸ਼ਮਣ ਸਮਝਦਾ ਸੀ। ਉਹ ਸਮਝਦਾ ਸੀਗਾ ਕਿ ਜਿਵੇਂ 9/11/2001 ਵਿੱਚ ਹਮਲਾ ਹੋਇਆ, ਇਸ ਤਰ੍ਹਾਂ ਦੇ ਹੋਰ ਹਮਲੇ ਕਰਨ ਦੀ ਵੀ ਪਲੈਨਿੰਗ ਦੁਨੀਆ ਦੇ ਕੁਝ ਦੇਸ਼ ਕਰ ਰਹੇ ਹਨ। ਉਹਨਾਂ ਦੇ ਵਿੱਚੋਂ ਇਰਾਕ ਤੋਂ ਬਾਅਦ ਜਿਹੜੇ ਦੂਜੇ ਦੋ ਨਾਂ ਆਉਂਦੇ ਆ ਉਹ ਸਨ ਈਰਾਨ ਅਤੇ ਉੱਤਰੀ ਕੋਰੀਆ। ਅਤੇ ਇਹਦੇ ਨਾਲ ਹੀ ਮਤਲਬ ਭਾਵੇਂ ਇਹਨਾਂ ਬਾਰੇ ਉਹਨਾਂ ਨੇ ਸਿੱਧਾ ਹੀ ਬੋਲਤਾ ਸੀ, ਪਰ ਕੁਝ ਅਜਿਹੇ ਦੇਸ਼ ਵੀ ਸੀ ਜਿਨ੍ਹਾਂ ਬਾਰੇ ਅਮਰੀਕਾ ਨੇ ਜਾਂ ਬੁਸ਼ ਪ੍ਰਸ਼ਾਸਨ ਨੇ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਕਿਹਾ, ਪਰ ਗੱਲਾਂ ਦੇ ਵਿੱਚ ਉਹਨਾਂ ਦੇਸ਼ਾਂ ਵੱਲ ਇਸ਼ਾਰਾ ਜ਼ਰੂਰ ਕਰਤਾ ਸੀਗਾ, ਸੰਕੇਤ ਜ਼ਰੂਰ ਕਰਤਾ ਸੀਗਾ। ਉਹ ਦੇਸ਼ ਸੀਗੇ ਲੀਬੀਆ, ਸੀਰੀਆ, ਚੀਨ ਅਤੇ ਰੂਸ। ਸੋ 4 ਦੇਸ਼ ਇਹ ਅਤੇ 3 ਪਹਿਲਾਂ ਵਾਲੇ ਈਰਾਨ, ਇਰਾਕ ਅਤੇ ਉੱਤਰੀ ਕੋਰੀਆ, ਇਹਨਾਂ 7 ਦੇਸ਼ਾਂ ਦੇ ਉੱਤੇ ਟਾਰਗੇਟ ਸੀ ਅਮਰੀਕਾ ਦਾ। ਅਮਰੀਕਾ ਇਹਨਾਂ 7 ਦੇਸ਼ਾਂ ਦੇ ਉੱਤੇ ਕਿਸੇ ਵੀ ਟਾਈਮ ਹਮਲਾ ਕਰਨ ਬਾਰੇ ਸੋਚ ਰਿਹਾ ਸੀ। ਭਾਵੇਂ ਉਹ ਚਾਹੁੰਦਾ ਤਾਂ ਇਹ ਹਮਲਾ ਇਸ ਕਰਕੇ ਕਰਨਾ ਸੀ ਕਿ ਉਹਨੂੰ ਲੱਗਦਾ ਸੀਗਾ ਕਿ ਮੈਨੂੰ ਇਹਨਾਂ ਤੋਂ ਖਤਰਾ ਹੈ, ਪਰ ਜਿਵੇਂ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਬੇਸਿਕਲੀ ਉਹਦੀ ਅੱਖ ਇਹਨਾਂ ਦੇਸ਼ਾਂ ਦੇ ਕੱਚੇ ਤੇਲ ਉੱਪਰ ਹੀ ਸੀ। ਪਰ ਚਲੋ, ਭਾਵੇਂ ਕੋਈ ਵੀ ਬਹਾਨੇ ਲੈ ਰਿਹਾ ਹੋਵੇ, ਪਰ ਅਮਰੀਕਾ ਇਹ ਬਹਾਨੇ ਲੈ ਕੇ ਦੁਨੀਆ ਦੇ ਉਹਨਾਂ ਸਾਰੇ ਦੇਸ਼ਾਂ ਨੂੰ ਆਪਣੇ ਦੁਸ਼ਮਣ ਸਮਝਣੇ ਚਾਹੁੰਦਾ ਸੀਗਾ ਜਿਹੜੇ ਦੇਸ਼ ਇਹਦੇ ਨਾਲ ਨਹੀਂ ਖੜੇ ਸੀ। ਉਹ ਸਿੱਧੇ ਰੂਪ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਸੀ ਅਮਰੀਕਾ ਦੇਸ਼ ਜਾਂ ਬੁਸ਼ ਪ੍ਰਸ਼ਾਸਨ ਕਿ ਜਿਹੜੇ ਦੇਸ਼ ਸਾਡੀ ਹਮਾਇਤ ਨਹੀਂ ਕਰਨਗੇ ਉਹ ਸਿੱਧੇ ਰੂਪ ਵਿੱਚ ਸਾਡੇ ਵਿਰੋਧ ਵਿੱਚ ਹੋਣਗੇ। ਤੇ ਇਹਦੇ ਬਾਰੇ ਇਸ ਲੇਖ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਬੁਸ਼ ਪ੍ਰਸ਼ਾਸਨ ਆਪਣੇ ਮਨਸੂਬਿਆਂ ਨੂੰ ਜਿਨ੍ਹਾਂ ਨਵੇਂ ਸਿਧਾਂਤਾਂ ਦੀ ਪੁੱਠ ਚੜ੍ਹ ਰਿਹਾ ਹੈ ਉਹਨਾਂ ਦੀ ਘੋਖ ਕੀਤੇ ਬਗੈਰ ਉਸ ਦੇ ਅਸਲ ਇਰਾਦਿਆਂ ਦੀ ਭਿਆਨਕਤਾ ਨੂੰ ਸਮਝਣਾ ਸੰਭਵ ਨਹੀਂ। ਉਸ ਵੱਲੋਂ ਪੇਸ਼ ਕੀਤਾ ਜਾ ਰਿਹਾ ਇੱਕ ਸਿਧਾਂਤ ਇਹ ਹੈ ਕਿ ਅਮਰੀਕਾ ਨੂੰ ਕਿਸੇ ਉਸ ਦੇਸ਼ ਵਿਰੁੱਧ ਅਗਾਊਂ ਕਾਰਵਾਈ ਜਾਂ ਪੇਸ਼ਦਸਤੀ ਕਰਨ ਦਾ ਪੂਰਵ ਅਧਿਕਾਰ ਹਾਸਲ ਹੈ ਜਿਸ ਬਾਰੇ ਲੱਗ ਰਿਹਾ ਹੋਵੇ ਕਿ ਉਹ ਅਮਰੀਕਾ ਪ੍ਰਤੀ ਵੈਰ ਭਾਵ ਰੱਖਦਾ ਹੈ ਅਤੇ ਪਰਮਾਣੂ, ਜਰਾਸੀਮੀ ਜਾਂ ਰਸਾਇਣੀ ਹਥਿਆਰ ਇਕੱਠੇ ਕਰਨ ਦੇ ਆਰ ਵਿੱਚ ਹੈ। ਕਹਿਣ ਦਾ ਮਤਲਬ ਹੈ ਕਿ ਇਹ ਵੀ ਅਮਰੀਕਾ ਦਾ ਜਾਂ ਬੁਸ਼ ਪ੍ਰਸ਼ਾਸਨ ਦਾ ਇੱਕ ਬਹਾਨਾ ਸੀਗਾ ਕਿ ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਸਾਡੇ 'ਤੇ ਹਮਲਾ ਕਰ ਸਕਦੇ ਆ ਜਾਂ ਸਾਡੇ 'ਤੇ ਹਮਲਾ ਕਰਨ ਬਾਰੇ ਸੋਚ ਰਹੇ ਨੇ, ਉਹਨਾਂ ਦੇ ਉੱਤੇ ਪਹਿਲਾਂ ਤੋਂ ਹੀ ਹਮਲਾ ਕਰ ਦਿੱਤਾ ਜਾਵੇ। ਪਰ
ਰਿਚਰਡ ਫਾਕ ਵਰਗੇ ਕੁਝ ਟਿੱਪਣੀਕਾਰ ਤੇ ਜਾਂ ਹੋਰ ਜਿਹੜੇ ਸਿਆਣੇ ਲੋਕ ਸੀ ਜਾਂ ਦੁਨੀਆ ਦੇ ਦੇਸ਼ ਸੀਗੇ, ਉਹ ਇਹ ਕਹਿ ਰਹੇ ਸੀਗੇ ਵੀ ਇਹ ਬਿਲਕੁਲ ਗਲਤ ਹੈ। ਜਿਹੜਾ ਜ਼ੋਰ ਤੁਸੀਂ ਉਹਨਾਂ ਦੇ ਉੱਤੇ ਹਮਲਾ ਕਰਨ ਦੇ ਉੱਤੇ ਲਾਉਣਾ, ਉਸੇ ਜ਼ੋਰ ਨਾਲ ਜੇ ਤੁਹਾਡੇ ਉੱਪਰ ਬਾਹਰੋਂ ਕੋਈ ਹਮਲਾ ਹੋ ਜੇ ਤਾਂ ਉਹਦੇ ਬਚਾਓ ਦੇ ਵਿੱਚ ਵੀ ਲਾਇਆ ਜਾ ਸਕਦਾ ਹੈ। ਅਤੇ ਇਹਦੇ ਨਾਲ ਸੰਭਾਵਿਤ ਰੂਪ ਦੇ ਵਿੱਚ ਹੋਣ ਵਾਲੇ ਹਮਲੇ ਤੋਂ ਬਚਿਆ ਤਾਂ ਜਾ ਸਕਦਾ ਹੈ, ਪਰ ਬਿਨਾਂ ਗੱਲ ਤੋਂ ਪਹਿਲਾਂ ਹੀ ਕਿਸੇ ਦੇਸ਼ ਦੇ ਉੱਤੇ ਹਮਲਾ ਕਰਕੇ ਤੇ ਆਪਣੇ ਦੇਸ਼ ਦਾ ਆਰਥਿਕ ਨੁਕਸਾਨ ਤੇ ਦੂਸਰੇ ਦੇਸ਼ ਦਾ ਜਾਨੀ ਮਾਲੀ ਨੁਕਸਾਨ ਕਰਨਾ ਚੰਗੀ ਗੱਲ ਨਹੀਂ ਹੈ। ਸੋ ਬੱਚਿਓ, ਬੁਨਿਆਦੀ ਰੂਪ ਦੇ ਵਿੱਚ ਇਸ ਲੇਖ ਦਾ ਜਿਹੜਾ ਮੁੱਖ ਨੁਕਤਾ ਇਹੀ ਹੈ ਕਿ ਅਮਰੀਕਾ ਸਾਰੇ ਦੇਸ਼ ਦੇ ਉੱਤੇ ਅਮਰੀਕਾ ਸਾਰੀ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਾਂ ਕਹਿ ਲਓ ਸਾਰੀ ਦੁਨੀਆ ਦੇ ਉੱਤੇ ਆਪਣਾ ਆਰਥਿਕ ਗਲਬਾ ਸਥਾਪਿਤ ਕਰਨਾ ਚਾਹੁੰਦਾ, ਜਾਂ ਰਾਜਨੀਤਿਕ ਗਲਬਾ ਸਥਾਪਿਤ ਕਰਨਾ ਚਾਹੁੰਦਾ। ਇਸ ਲੇਖ ਦੇ ਆਖਰੀ ਪਾਰਟ ਨੂੰ ਆਪਾਂ ਪੜ੍ਹਾਂਗੇ। ਵਿਸ਼ਵ ਸਰਦਾਰੀ ਦੀ ਭਾਲ ਵਿੱਚ ਅਮਰੀਕਾ ਜਿਸ ਲਗਵੇਂ ਸਿਧਾਂਤ ਨੂੰ ਅੰਤਿਮ ਛੂਹਾਂ ਦੇ ਰਿਹਾ ਹੈ, ਉਹ ਹੈ ਨਿਰੰਤਰ ਸੈਨਿਕ ਬਰਤਰੀ ਦਾ ਸਿਧਾਂਤ। ਅਜਿਹੀ ਬਰਤਰੀ ਦੀ ਸਥਾਪਨਾ ਵੱਲ ਪਹਿਲੇ ਕਦਮ ਵਜੋਂ 2003 ਵਿੱਚ ਸੈਨਿਕ ਬਜਟ ਵਿੱਚ 45 ਅਰਬ ਡਾਲਰ ਦਾ ਵਾਧਾ ਇੱਕਦਮ ਕੀਤਾ ਗਿਆ। ਸੋ ਉਹ ਆਪਣੀ ਸੈਨਾ ਜਾਂ ਉਹ ਆਪਣੇ ਹਮਲੇ ਕਰਨ ਦੀ ਜਿਹੜੀ ਸ਼ਕਤੀ ਆ ਉਹਨਾਂ ਨੂੰ ਦਿਨੋਂ ਦਿਨ ਵਧਾ ਰਿਹਾ। ਤਾਂ ਇਸ ਸ਼ਕਤੀ ਨੂੰ ਵਧਾਉਣ ਪਿੱਛੇ ਅਮਰੀਕਾ ਦਾ ਮੁੱਖ ਕਾਰਨ ਇਹੀ ਹੈ ਕਿ ਉਹ ਚਾਹੁੰਦਾ ਹੈ ਕਿ ਇਹਨਾਂ 7 ਦੇਸ਼ਾਂ ਦੇ ਉੱਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਜਾਵੇ ਕਿ ਇਹਨਾਂ ਉੱਪਰ ਆਪਣੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ। ਸੋ ਇਸ ਤਰ੍ਹਾਂ ਦੀਆਂ ਨੀਤੀਆਂ ਕਰਕੇ ਹੀ ਅਮਰੀਕਾ ਨੂੰ ਕਈ ਵਾਰੀ ਘਾਟਾਂ ਵੀ ਝੱਲਣੀਆਂ ਪੈਂਦੀਆਂ ਹਨ। ਇਸ ਲੇਖ ਦੇ ਅੰਤ ਵਿੱਚ ਲੇਖਕ ਨੇ ਵਿਚਾਰ ਦਿੱਤੇ ਹਨ ਕਿ ਅਮਰੀਕੀ ਪਰਚੇ ਦਾ ਨੇਸ਼ਨ ਦੇ ਰੱਖਿਆ ਪੱਤਰ ਪ੍ਰੇਰਕ, ਉੱਘੇ ਚਿੰਤਕ ਤੇ ਅਕਾਦਮੀਸ਼ੀਅਨ ਮਾਈਕਲ ਕਲੇਅਰ ਅਨੁਸਾਰ ਹਕੀਕਤ ਇਹ ਹੈ ਕਿ ਨਵੇਂ ਸ਼ਸਤਰ ਸਿਸਟਮ ਅਜਿਹੇ ਸਮੇਂ ਵਿਉਂਤੇ 'ਤੇ ਤਿਆਰ ਕੀਤੇ ਜਾ ਰਹੇ ਹਨ ਜਦੋਂ ਅਮਰੀਕਾ ਨੂੰ ਕਿਸੇ ਪਾਸਿਓਂ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਦਿਸ ਰਿਹਾ ਅਤੇ ਕਿਸੇ ਵੀ ਹੋਰ ਦੇਸ਼ ਕੋਲ ਉਹਨਾਂ ਮਾਰੂ ਹਥਿਆਰਾਂ ਦੇ ਨੇੜੇ ਤੇੜੇ ਦੇ ਹਥਿਆਰ ਵੀ ਨਹੀਂ ਹਨ ਜਿਹੜੇ ਅਮਰੀਕਾ ਨੇ ਪਹਿਲਾਂ ਹੀ ਬਣਾ ਰੱਖੇ ਹਨ। ਮਿਸਟਰ ਕਲੇਅਰ ਅਨੁਸਾਰ ਜੇ ਅਮਰੀਕੀ ਪਲਾਨ ਨੂੰ ਇਸ ਦੇ ਛਲਾਵੇ ਭਰੇ ਸ਼ਬਦ ਜਾਲ ਤੋਂ ਅੱਡ ਕਰਕੇ ਦੇਖਿਆ ਜਾਵੇ ਤਾਂ ਅਮਰੀਕੀ ਆਪਣੀ ਸੈਨਿਕ ਸ਼ਕਤੀ ਨੂੰ ਇਸ ਹੱਦ ਤੱਕ ਵਧਾ ਲੈਣਾ ਚਾਹੁੰਦਾ ਹੈ ਕਿ ਉਹ ਉੱਤਰੀ ਕੋਰੀਆ ਅਤੇ ਚੀਨ ਜਿਹੇ ਚੋਖੀ ਸੈਨਿਕ ਸਮਰੱਥਾ ਰੱਖਣ ਵਾਲੇ ਦੇਸ਼ਾਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਹਰਾ ਸਕੇ। ਕੀ 10-12 ਸਾਲ ਪਹਿਲਾਂ ਇਹ ਗੱਲ ਸੋਚ ਵਿੱਚ ਆ ਸਕਦੀ ਸੀ ਕਿ ਦੁਨੀਆ ਭਰ ਦੀ ਹੋਣੀ ਅਮਰੀਕਾ ਦੇ ਪਾਵੇ ਨਾਲ ਵੱਜ ਜਾਵੇਗੀ, ਅਮਰੀਕਾ ਜਿਸ ਦਾ ਪ੍ਰਧਾਨ ਬੁਸ਼ ਹੋਵੇਗਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਅਮਰੀਕਾ ਬੁਸ਼ ਦੀ ਪ੍ਰਧਾਨਗੀ ਹੇਠ ਅਜਿਹੀ ਸ਼ਕਤੀ ਬਣਨਾ ਚਾਹੁੰਦਾ ਸੀ ਜਿਸ ਦਾ ਦਬਦਬਾ ਸਾਰੀ ਦੁਨੀਆ 'ਤੇ ਰਵੇ। ਉਹਦੇ ਵਾਸਤੇ ਉਹਨੇ ਕਈ ਤਰ੍ਹਾਂ ਦੇ ਬੇਮਤਲਬ ਜਿਹੇ ਕਾਰਨ ਘੜੇ ਤੇ ਉਸ ਦਾ ਮੂਲ ਉਦੇਸ਼ ਸੀ ਕੁਦਰਤੀ ਸਾਧਨਾਂ ਉੱਤੇ ਕਬਜ਼ਾ ਕਰਨਾ ਤੇ ਆਪਣੀ ਆਰਥਿਕ ਤਰੱਕੀ ਕਰਨੀ। ਤੇ ਇਹ ਸਾਰੇ ਕਾਸੇ ਦਾ ਜਿਹੜਾ ਮਾਸਟਰਮਾਈਂਡ ਸੀ ਉਹ ਪ੍ਰਧਾਨ ਬੁਸ਼ ਸੀ, ਜਿਹੜਾ ਉੱਥੋਂ ਦਾ ਰਾਸ਼ਟਰਪਤੀ ਸੀਗਾ ਜਾਰਜ ਬੁਸ਼, ਉਹ ਸੀ। ਸੋ ਵਿਦਿਆਰਥੀਓ, ਇਸ ਵੀਡੀਓ ਲੈਕਚਰ ਵਿੱਚ ਆਪਾਂ ਜਿਹੜੇ ਵਿਚਾਰਾਂ ਦੀ ਗੱਲ ਕੀਤੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਲਈ ਤੁਸੀਂ ਇਸ ਪੁਸਤਕ ਵਿੱਚੋਂ ਇਸ ਲੇਖ ਨੂੰ ਪੜ੍ਹ ਸਕਦੇ ਹੋ ਜਾਂ ਇਸ ਵੀਡੀਓ ਲੈਕਚਰ ਨੂੰ ਦੁਬਾਰਾ ਤੋਂ ਸੁਣ ਸਕਦੇ ਹੋ ਤੇ ਇਹਦੇ ਬਾਰੇ ਆਪਾਂ ਇਹਦੇ ਵਿਸ਼ਿਆਂ ਬਾਰੇ ਵੀ ਚੰਗੀ ਤਰ੍ਹਾਂ ਚਰਚਾ ਕਰ ਲਈ ਹੈ। ਸੋ ਅਗਲੇ ਲੇਖ ਨੂੰ ਦਰਸਾਉਂਦਾ ਅਗਲਾ ਲੈਕਚਰ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।